ਅੱਜ मैं तुहाडे ਲਈ एक ऐसी दास्तान लेके आई हाँ जदों एक जीजे ने अपनी ही साली नाल कीता ਇਹ काम। जीजे साली दा रिश्ता चाहे एक मजाकिया जिहा रिश्ता होवे पर फिर भी इस रिश्ते दी एक लिमिट हुंदी है। इस वीडियो नूं वध तों वध शेयर करियो तां जो जिन्हां कुड़ियां नाल इह कुछ हुंदा ਉਹ ਲੋਕਾਂ ਵਿੱਚ ਆਪਣੇ ਹੱਕ ਲਈ ਅੱਗੇ ਆਉਣ ਤੇ ਇਸ ਭੈਣ ਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸਾਰੇ ਸੱਚ ਨੂੰ ਲੋਕਾਂ ਦੇ ਸਾਹਮਣੇ ਰੱਖਿਆ। ਆਓ ਜੁੜਦੇ ਹਾਂ ਇਸ ਵੀਡੀਓ ਦੇ ਨਾਲ। ਇਹ ਭੈਣ ਦੱਸ ਰਹੀ ਸੀ ਕਿ ਅਸੀਂ ਅੱਖਾਂ ਬੰਦ ਕਰਕੇ ਆਪਣੀ ਭੈਣ ਦਾ ਵਿਆਹ ਕੀਤਾ, ਪਰ ਜਦੋਂ ਅਸੀਂ ਵਿਆਹ ਤੋਂ ਬਾਅਦ ਆਪਣੀ ਭੈਣ ਨੂੰ ਉਸਦੇ ਸਹੁਰੇ ਘਰ ਤੋਂ ਪੇਕੇ ਘਰ ਲੈਣ ਵਾਸਤੇ ਗਏ ਸਾਂ ਤਾਂ ਉਸ ਟਾਈਮ ਮੇਰੇ ਜੀਜੇ ਨੇ ਮੇਰੇ ਨਾਲ ਪਹਿਲੀ ਵਾਰ ਮਜ਼ਾਕ ਕੀਤਾ ਤੇ ਮੈਂ ਇਹੀ ਸੋਚਿਆ ਕਿ ਜੀਜੇ ਸਾਲੀ ਦਾ ਮਜ਼ਾਕ ਤਾਂ ਚੱਲਦਾ ਹੀ ਰਹਿੰਦਾ ਤੇ ਉਸ ਤੋਂ ਬਾਅਦ ਲਗਾਤਾਰ ਮੇਰਾ ਜੀਜਾ ਮੇਰੇ ਨਾਲ ਮਜ਼ਾਕ ਕਰਦਾ ਰਿਹਾ ਤੇ ਮੈਂ ਆਪਣੇ ਜੀਜੇ ਨੂੰ ਫਿਰ ਵੀ ਟਾਲ ਦੇਣਾ ਕਿਉਂਕਿ ਜੀਜੇ ਸਾਲੀ ਦਾ ਰਿਸ਼ਤਾ ਐਸਾ ਹੀ ਹੁੰਦਾ ਹੈ, ਹਾਸੇ ਤੇ ਮਜ਼ਾਕ ਵਾਲਾ ਹੀ ਰਿਸ਼ਤਾ ਹੁੰਦਾ ਹੈ। ਪਰ ਜਦੋਂ ਇੱਕ ਦਿਨ ਐਸਾ ਆਇਆ ਮੇਰੇ ਜੀਜੇ ਨੇ ਰਿਸ਼ਤੇ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਬਾਰੇ ਸੋਚ ਲਿਆ ਤੇ ਮੇਰਾ ਜੀਜਾ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਮੈਂ ਆਪਣੇ ਜੀਜੇ ਨੂੰ ਕਿਹਾ ਕਿ ਤੁਸੀਂ ਮੇਰੀ ਭੈਣ ਦੇ ਨਾਲ ਵਿਆਹੇ ਹੋਏ ਹੋ ਤਾਂ ਵੀ ਉਹ ਨਹੀਂ ਸਮਝਿਆ ਤੇ ਉਸਨੇ ਮੈਨੂੰ ਪ੍ਰਪੋਜ਼ ਕੀਤਾ ਤੇ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ उस दिन अपने जीजे दे पहली बार मूँह ते थप्पड़ मारिया। बस उस दिन तो ही मेरे जीजे ने मेरी जिंदगी बर्बाद करने बारे सोच लिया सी। उसने धार लिया सी कि जे ये मेरी नहीं हो सकती तो मैं किसी जोगी रहन नहीं देनी। ये भैन दस रही सी कि मैनू नहीं सी पता कि साडे घर दियां खुशियां हुण गमियां दे विच बदल जाणगियां क्योंकि मेरे जीजे ने ये सोच लिया सी कि मैं इस थप्पड़ दा बदला लवांगा। ते उस तो बाद एक दिन की होया साडे घर दी जिहड़ी कि लाइट चली गई ਤੇ ਲਾਈਟ ਜੋ ਚਲੀ ਗਈ ਤਾਂ ਮੈਂ ਫਟਾਫਟ ਬਾਹਰ ਵੱਲ ਨੂੰ ਦੇਖਣ ਗਈ ਕਿ ਲਾਈਟ ਕਿਉਂ ਗਈ ਤੇ ਮੈਨੂੰ ਨਹੀਂ ਸੀ ਪਤਾ ਕਿ ਸਾਡੇ ਘਰ ਦੀ ਗਲੀ ਦੇ ਵਿੱਚ ਮੇਰਾ ਜੀਜਾ ਜੋ ਕਿ ਬਾਈਕ ਤੇ ਆ ਰਿਹਾ ਤੇ ਜਦੋਂ ਮੈਂ ਹਨੇਰੇ ਦੇ ਵਿੱਚ ਖੜੀ ਸਾਂ ਤੇ ਮੇਰੇ ਜੀਜੇ ਨੇ ਮੈਨੂੰ ਆ ਕੇ ਘਰ ਵਿੱਚ ਆ ਕੇ ਟੱਚ ਕੀਤਾ ਤਾਂ ਮੈਂ ਦੇਖਿਆ ਕਿ ਇਹ ਇਨਸਾਨ ਕੌਣ ਹੈ। ਜਿੱਦਾਂ ਹੀ ਮੈਂ ਆਪਣਾ ਫੇਸ ਉੱਪਰ ਨੂੰ ਚੱਕਿਆ ਤਾਂ ਮੇਰੇ ਜੀਜੇ ਨੇ ਮੇਰੇ ਮੂੰਹ ਦੇ ਉੱਪਰ ਤੇਜ਼ਾਬ ਪਾ ਦਿੱਤਾ ਤੇ ਤੇਜ਼ਾਬ ਪਾ ਕੇ ਉਹ ਫਟਾਫਟ ਭੱਜ ਗਿਆ, ਬਾਈਕ ਤੇ ਬੈਠ ਕੇ ਚਲਾ ਗਿਆ ਤੇ ਮੈਂ ਉੱਚੀ ਉੱਚੀ ਰੋਣ ਲੱਗੀ, ਉੱਚੀ ਉੱਚੀ ਚੀਕਾਂ ਮਾਰਨ ਲੱਗੀ ਤੇ ਉੱਚੀ ਉੱਚੀ ਗਾਲਾਂ ਕੱਢਣ ਲੱਗੀ ਤੇ ਮੇਰੀ ਮਾਂ ਨੇ ਜਦੋਂ ਮੇਰੀਆਂ ਚੀਕਾਂ ਸੁਣੀਆਂ ਤੇ ਉਹ ਮੇਰੇ ਕੋਲ ਆਏ ਤੇ ਆ ਕੇ ਮੇਰੀ ਮਾਂ ਦੀਆਂ ਵੀ ਤਾਹਾਂ ਨਿਕਲ ਗਈਆਂ ਮੇਰੇ ਇਹ ਹਾਲਾਤ ਦੇਖ ਕੇ। ਮੇਰੀ ਮਾਂ ਨੇ ਕਿਹਾ ਕਿ ਐਸਾ ਕਿਹੜਾ ਇਨਸਾਨ ਹੈ ਜਿਸ ਨੇ ਮੇਰੀ ਧੀ ਨਾਲ ਐਡਾ ਵੱਡਾ ਵੈਰ ਕੱਢਿਆ ਤੇ ਮੈਂ ਬਹੁਤ ਹੀ ਉੱਚੀ ਉੱਚੀ ਰੋ ਰਹੀ ਸੀ ਤੇ ਦਰਦ ਨਾਲ ਤੜਫ ਰਹੀ ਸੀ। ਉਸ ਤੋਂ ਬਾਅਦ ਮੇਰੇ ਪਰਿਵਾਰ ਨੇ ਮੈਨੂੰ ਹਸਪੀਟਲ ਵਿੱਚ ਦਾਖਲ ਕਰਵਾ ਦਿੱਤਾ ਤੇ ਜਦੋਂ ਹੀ ਮੇਰੇ ਪਰਿਵਾਰ ਨੇ ਮੈਨੂੰ ਹਸਪੀਟਲ ਵਿੱਚ ਦਾਖਲ ਕਰਵਾ ਦਿੱਤਾ ਤੇ ਮੇਰੇ ਪਰਿਵਾਰ ਦੇ ਨਾਲ ਇਹ ਦਰਿੰਦਾ ਵੀ ਉੱਥੇ ਆਇਆ ਹੋਇਆ ਸੀ। ਇਹ ਦੇਖ ਰਿਹਾ ਸੀ ਕਿ ਮੈਂ ਕਿਸ ਤਰ੍ਹਾਂ ਦਰਦ ਦੇ ਨਾਲ ਤੜਫ ਰਹੀ ਹਾਂ ਤੇ ਇਹ ਵਾਰ-ਵਾਰ ਨਰਸਾਂ ਦੇ ਕੋਲੋਂ ਡਾਕਟਰਾਂ ਦੇ ਕੋਲੋਂ ਪੁੱਛ ਰਿਹਾ ਸੀ ਕਿ ਇਹ ਕਦੋਂ ਤੱਕ ਠੀਕ ਹੋਵੇਗੀ, ਕਿ ਜੋ ਫੇਸ ਤੇ ਇਹਦੇ ਹੋ ਚੁੱਕਾ ਇਹ ਠੀਕ ਹੋਵੇਗਾ ਜਾਂ ਫਿਰ ਨਹੀਂ। ਸ਼ਾਇਦ ਕਿਤੇ ਨਾ ਕਿਤੇ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੋਵੇ। ਉਸਨੇ ਮੇਰੇ ਪਰਿਵਾਰ ਦੇ ਨਾਲ ਮਿਲ ਕੇ ਮੇਰੀ ਬਹੁਤ ਹੀ ਸੇਵਾ ਕੀਤੀ, ਸਾਡੇ ਪਰਿਵਾਰ ਨੂੰ ਚੰਗੀ ਤਰ੍ਹਾਂ ਸਾਂਭਿਆ ਉਸ ਹਾਲਾਤਾਂ ਦੇ ਵਿੱਚ। ਉਸ ਤੋਂ ਬਾਅਦ ਇੱਕ ਦਿਨ ਐਸਾ ਆਇਆ ਇੰਸਪੈਕਟਰ ਸਾਹਿਬ ਮੇਰੇ ਕੋਲ ਆਏ ਤੇ ਆ ਕੇ ਕਹਿਣ ਲੱਗੇ ਕਿ ਵਧਾਈਆਂ ਹੁਣ ਤੁਹਾਨੂੰ ਬਹੁਤ ਬਹੁਤ ਤੇ ਮੈਂ ਸੋਚਿਆ ਕਿ ਸ਼ਾਇਦ ਮੇਰਾ ਫੇਸ ਠੀਕ ਹੋ ਗਿਆ ਹੋਵੇ ਪਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਤੁਹਾਡੇ ਕਾਤਿਲ ਦਾ ਪਤਾ ਲੱਗ ਗਿਆ ਤੇ ਇਹ ਵੀ ਉੱਥੇ ਹੀ ਬੈਠਾ ਹੋਇਆ ਸੀ ਤੇ ਮੇਰਾ ਪਰਿਵਾਰ ਵੀ ਉੱਥੇ ਹੀ ਬੈਠਾ ਹੋਇਆ ਸੀ। ਤੇ ਜਦੋਂ ਪੁਲਿਸ ਨੇ ਇੰਨੀ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਯਕੀਨ ਨਹੀਂ ਆਵੇਗਾ ਉਹ ਇਨਸਾਨ ਤੁਹਾਡੇ ਵਿੱਚ ਹੀ ਰਹਿ ਰਿਹਾ, ਤੁਹਾਡੇ ਨਾਲ ਹੀ ਇੱਥੇ ਪੂਰੀ ਤਰ੍ਹਾਂ ਦੇਖਭਾਲ ਕਰ ਰਿਹਾ ਪਰ ਤੁਹਾਨੂੰ ਯਕੀਨ ਨਹੀਂ ਹੋਵੇਗਾ। ਪਰ ਜਦੋਂ ਸਾਨੂੰ ਪੁਲਿਸ ਨੇ ਇੰਸਪੈਕਟਰ ਨੇ ਦੱਸਿਆ ਕਿ ਤੁਹਾਡਾ ਇਹ ਪਰਿਵਾਰਕ ਮੈਂਬਰ ਤੁਹਾਡਾ ਜੀਜੇ ਨਹੀਂ ਤੁਹਾਡੇ ਤੇ ਤੇਜ਼ਾਬ ਜਿਹੜਾ ਕਿ ਸੁੱਟਿਆ ਹੈ ਤਾਂ ਉਸ ਟਾਈਮ ਸਾਡੇ ਸਾਰੇ ਪਰਿਵਾਰ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਤੇ ਅਸੀਂ ਇਹੀ ਕਿਹਾ ਕਿ ਨਹੀਂ ਇਹ ਤਾਂ ਸਾਡਾ ਪਰਿਵਾਰਕ ਮੈਂਬਰ ਹੈ, ਇਸ ਨੇ ਤਾਂ ਸਾਡੀ ਸੇਵਾ ਹੀ ਬਹੁਤ ਕੀਤੀ ਹੈ, ਇੰਨੀ ਮੁਸ਼ਕਿਲ ਘੜੀ ਦੇ ਵਿੱਚ ਸਾਡਾ ਸਾਥ ਹੀ ਬਹੁਤ ਦਿੱਤਾ, ਇਹ ਇਨਸਾਨ ਤਾਂ ਹੋ ਹੀ ਨਹੀਂ ਸਕਦਾ। ਤੇ ਜਦੋਂ ਇੰਸਪੈਕਟਰ ਨੇ ਸਾਨੂੰ ਇਹ ਸਾਰੇ ਸਬੂਤ ਦਿਖਾਏ ਤਾਂ ਸਾਡੇ ਸਾਰੇ ਪਰਿਵਾਰ ਦੀਆਂ ਤਾਹਾਂ ਨਿਕਲ ਗਈਆਂ, ਸਾਡਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਇਹ ਜੋ ਇਨਸਾਨ ਜੋ ਦਰਿੰਦਾ इसने अपनी पग उतारी ते मेरे बाप दे पैरां विच रखण दी कोशिश की, कहण लगा कि मैनू माफ़ कर दिओ, मैनू नहीं सी पता कि मेरी गलती दा इन्ना वड्डा हरजाना तुहाडी कुड़ी नूं भरना पवेगा। ते मेरे बाप ने इक्को गल कही, जेकर तैनू अपनी गलती दा एहसास है
ਤੂੰ ਮਾਫੀ ਮੇਰੇ ਤੋਂ ਨਾ ਮੰਗ, ਉਸ ਕੁੜੀ ਦੇ ਕੋਲੋਂ ਮੰਗ ਜਿਸ ਦੀ ਤੂੰ ਜ਼ਿੰਦਗੀ ਬਰਬਾਦ ਕਰ ਦਿੱਤੀ। ਤੇ ਜਦੋਂ ਮੇਰਾ ਜੀਜਾ ਮੇਰੇ ਕੋਲ ਆਇਆ ਤਾਂ ਮੈਨੂੰ ਕਹਿਣ ਲੱਗਾ ਕਿ ਮੈਨੂੰ ਮਾਫ ਕਰ ਦਿਓ, ਤਾਂ ਮੈਂ ਆਪਣੇ ਜੀਜੇ ਦੇ ਫਿਰ ਤੋਂ ਥੱਪੜ ਮਾਰਿਆ ਤੇ ਕਿਹਾ ਤੂੰ ਆਪਣੇ ਇਸ ਗੁਨਾਹ ਦੇ ਕਰਕੇ ਮੇਰੀ ਹੀਰਿਆਂ ਵਰਗੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੱਤਾ। ਮੈਨੂੰ ਆਪਣਾ ਪਹਿਲੇ ਵਰਗਾ ਫੇਸ ਜੇਕਰ ਤੂੰ ਲਿਆ ਕੇ ਦੇਵੇਂਗਾ ਤਾਂ ਮੈਂ ਤੈਨੂੰ ਮਾਫ ਕਰ ਦਿੰਨੀ ਹਾਂ, ਤੇ ਪਰ ਨਹੀਂ, ਇਸ ਗਲਤੀ ਦੀ ਕੋਈ ਵੀ ਮਾਫੀ ਨਹੀਂ ਸੀ। ਤੇ ਉਸ ਤੋਂ ਬਾਅਦ ਇਸ ਦਰਿੰਦੇ ਨੂੰ, ਇਸ ਵਿਅਕਤੀ ਨੂੰ ਇਸ ਭੈਣ ਨੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਤੇ ਅੱਜ ਇਹ ਭੈਣ ਪੂਰੀ ਤਰ੍ਹਾਂ ਆਪਣੇ ਘਰ ਦੇ ਵਿੱਚ ਖੁਸ਼ ਹੈ। ਭੈਣ ਦਾ ਵਿਆਹ ਹੋ ਚੁੱਕਾ ਤੇ ਭੈਣ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਹੀ ਖੁਸ਼ਹਾਲ ਹੈ। ਇਸ ਭੈਣ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਕਿਉਂਕਿ ਇਸ ਭੈਣ ਨੇ ਆਪਣੀ ਜ਼ਿੰਦਗੀ ਦਾ ਸਾਰਾ ਸੱਚ ਦੁਨੀਆ ਦੇ ਸਾਹਮਣੇ ਖੋਲ ਕੇ ਰੱਖ ਦਿੱਤਾ। ਅਸੀਂ ਉਹਨਾਂ ਕੁੜੀਆਂ ਨੂੰ ਵੀ ਅਪੀਲ ਕਰਦੇ ਹਾਂ ਉਹ ਵੀ ਆਪਣਾ ਸੱਚ ਇਸ ਦੁਨੀਆ ਦੇ ਸਾਹਮਣੇ ਰੱਖਣ ਜਿਨ੍ਹਾਂ ਦੇ ਨਾਲ ਇਹੋ ਜਿਹੀਆਂ ਹਰਕਤਾਂ ਹੋ ਰਹੀਆਂ ਨੇ, ਕਿਉਂਕਿ ਜ਼ਿੰਦਗੀ ਬੜੀ ਹੀ ਅਨਮੋਲ ਹੈ। ਕਿਸੇ ਦੀ ਵੀ ਜ਼ਿੰਦਗੀ ਤੇ ਕਿਸੇ ਵੀ ਦਰਿੰਦੇ ਦਾ ਕੋਈ ਹੱਕ ਨਹੀਂ, ਕਿਉਂਕਿ ਇਸ ਭੈਣ ਨੇ ਇਹੀ ਸੋਚਿਆ ਸੀ ਕਿ ਮੇਰੀ ਇੱਕੋ ਇੱਕ ਜ਼ਿੰਦਗੀ ਹੈ, ਚਾਹੇ ਇਸ ਦਰਿੰਦੇ ਨੇ ਮੇਰੀ ਪਹਿਲੀ ਸੂਰਤ ਖਰਾਬ ਕਰ ਦਿੱਤੀ, ਪਰ ਅੱਜ ਇਹ ਭੈਣ ਆਪਣੀ ਇਹ ਵਾਲੀ ਸੂਰਤ ਲੈ ਕੇ ਦੁਨੀਆ ਦੇ ਸਾਹਮਣੇ ਆਪਣਾ ਪੂਰਾ ਸੱਚ ਖੋਲ ਰਹੀ ਹੈ, ਆਪਣੀ ਜ਼ਿੰਦਗੀ ਦਾ ਹਰ ਇੱਕ ਸੱਚ ਖੋਲ ਰਹੀ ਹੈ। ਤਾਂ ਭੈਣ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ। ਸੋ ਇਸ ਭੈਣ ਦੇ ਹੱਕ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਧੰਨਵਾਦ।